जे पिंडां दीयां पंचायतां जिहड़ियां वो चंगियां होणगीਆਂ ਤਾਂ पिंडां ਦੀ तरक्की होऊगी। गिनती मिनती करन लग जाओ ਤਾਂ टोटल आज़ादी तो बाद 75% काम जिहड़े आ वो श्रोमणी अकाली दल ने पिंडां दे विच ते शहरां दे विच सारे पंजाब दे विच करवाए आ। ਲੋਕਾਂ ਦੇ ਵਿੱਚ ਆਮ ਭਾਵਨਾ ਪਾਈ ਜਾਂਦੀ ਹੈ ਵੀ ਜ਼ਿਆਦਾਤਰ ਪੰਚ ਤੇ ਸਰਪੰਚ ਅਨਪੜ੍ਹ ਆ ਜਾਂਦੇ ਹੈਗੇ ਆ। ਕੀ ਤੁਹਾਡੀ ਪਾਰਟੀ ਇਸ ਨੂੰ ਤਰਜੀਹ ਦੇਊਗੀ ਵੀ ਪੜ੍ਹੇ ਲਿਖੇ ਹੀ ਨੌਜਵਾਨ ਜਾਂ ਜਿਹੜੇ ਵੀ ਬੰਦੇ ਪੜ੍ਹੇ ਲਿਖੇ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ? बिल्कुल देनी चाहिए है तरजीह ये, पर मैं बहुत ज़्यादा भाई साहब तुहाडी गल नाल सहमत नहीं। ਗਿੱਲ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਜਿਹੜੇ ਕੰਮ ਕੀਤੇ ਉਹ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ, ਜਿਹੜੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਨਾ ਕਿਤੇ ਤੁਸੀਂ ਕਾਮਯਾਬ ਹੋਵੋਗੇ। चिट्टा वधन दी जिहड़ी मां वा वो करप्शन आ, करप्शन दी मां वा लीडरशिप दा सिर ते हत्थ होना। ਜਗਸੇ ਦੇਖ ਰਹੇ ਸਾਰੇ ਦੋਸਤੋ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ 2024 ਜ਼ਿਆਦਾ ਸਮਾਂ ਨਹੀਂ ਕਹਿ ਸਕਦੇ, ਪਰ ਪੰਜਾਬ ਸਰਕਾਰ ਵੱਲੋਂ ਉਸ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਪੰਚਾਇਤਾਂ ਤੇ ਬਲਾਕ ਸੰਮਤੀਆਂ ਤੇ ਨਗਰ ਕੌਂਸਲਾਂ ਭੰਗ ਕਰ ਦਿੱਤੀਆਂ ਗਈਆਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹੁਣ ਥੋੜੀ ਐਕਟੀਵਿਟੀ ਵਧਾ ਦਿੱਤੀ ਗਈ ਹੈ ਤੇ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਵਿੱਚ 2 ਹਲਕਾ ਇੰਚਾਰਜ ਬਦਲ ਦਿੱਤੇ ਗਏ ਹੈ। ਜਿਹਦਾ ਖਾਸ ਕਰਕੇ ਜੇ ਅਗਰ ਆਪਾਂ ਗੱਲ ਕਰੀਏ ਮੋਗੇ ਦੀ, ਮੋਗਾ ਦੇ ਵਿੱਚ ਪਹਿਲਾਂ ਸਵਰਗੀ ਜਥੇਦਾਰ ਤੋਤਾ ਸਿੰਘ ਹੋਣੀ ਸੀ, ਉਹਨਾਂ ਦੇ ਕੋਲੇ ਮੋਗਾ ਸ਼ਹਿਰ ਤੇ ਨਾਲ ਧਰਮਕੋਟ, ਪਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੱਲੋਂ ਪਿਛਲੇ ਦਿਨੀ ਇਹ ਦੋਨੇ ਹਲਕਾ ਇੰਚਾਰਜ ਚੇਂਜ ਕਰ ਦਿੱਤੇ ਗਏ ਆ ਤੇ ਇਸ ਟਾਈਮ ਸਾਡੇ ਨਾਲ ਹੈਗੇ ਆ ਸਰਦਾਰ ਸੰਜੀਤ ਸਿੰਘ ਗਿੱਲ, ਜੋ ਕਿ ਸਨੀ ਛੋਟੇ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ। ਇਹਨਾਂ ਨੂੰ ਵੀ ਹਲਕਾ ਇੰਚਾਰਜ ਮੋਗੇ ਦਾ ਲਾ ਦਿੱਤਾ ਗਿਆ। ਇਹਨਾਂ ਨਾਲ ਗੱਲਬਾਤ ਕਰਾਂਗੇ। ਸਨੀ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਗਤ ਸਿੰਘ ਤੇ। ਧੰਨਵਾਦ ਜੀ ਤੁਹਾਡਾ, ਜੀ ਆਇਆਂ ਨੂੰ। ਤੁਸੀਂ ਅੱਜ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹੋ ਮੈਨੂੰ, ਵੈਲਕਮ। ਗਿੱਲ ਸਾਹਿਬ, ਹਲਕਾ ਇੰਚਾਰਜ ਤੁਹਾਨੂੰ ਲਾ ਦਿੱਤਾ ਗਿਆ ਹੈ। ਅਸੀਂ ਥੋੜ੍ਹਾ ਜਿਹਾ ਤੁਹਾਡੇ ਪਿਛੋਕੜ 'ਤੇ ਜਾਵਾਂਗੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕਦੋਂ, ਕਿਹੜੇ ਸਾਲਾਂ ਦੇ ਵਿੱਚ ਐਕਟਿਵ ਮੈਂਬਰ ਦੇ ਰੂਪ ਦੇ ਵਿੱਚ ਸਾਹਮਣੇ ਆਏ? ਮੈਂ 1996 ਦੇ ਵਿੱਚ ਅਜੇ ਸਮਝ ਲਓ ਤੁਸੀਂ ਸਟੱਡੀ ਕੰਪਲੀਟ ਹੀ ਕੀਤੀ ਸੀ ਤੇ ਆਪਦੇ ਘਰ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਨ ਬਿਟਵੀਨ ਸਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਇੱਥੋਂ ਲੋਕ ਸਭਾ ਦੀ ਚੋਣ ਲੜੀ ਫਰੀਦਕੋਟ ਕੌਂਸਟੀਚੁਐਂਸੀ ਤੋਂ। ਪਹਿਲਾਂ 96 ਦੇ ਵਿੱਚ ਲੜੀ, ਫਿਰ 1997 ਦੇ ਵਿੱਚ ਲੜੀ। 1997 ਵਿੱਚ ਹੀ ਸਰ ਜਥੇਦਾਰ ਤੋਤਾ ਸਿੰਘ ਜੀ ਨੇ ਮੋਗੇ ਤੋਂ ਚੋਣ ਲੜੀ। ਮੈਂ ਉਦੋਂ ਤੋਂ ਹੀ, ਜਦੋਂ ਤੋਂ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਪੋਲੀਟੀਕਲ ਕੈਰੀਅਰ ਸਟਾਰਟ ਹੋਇਆ ਫਰੀਦਕੋਟ ਲੋਕ ਸਭਾ ਹਲਕੇ ਤੋਂ, ਮੈਂ ਉਦੋਂ ਤੋਂ ਹੀ ਉਹਨਾਂ ਦੇ ਸੇਵਕ ਵਜੋਂ ਉਹਨਾਂ ਦੇ ਨਾਲ ਵਿਚਰ ਰਿਹਾ ਜੀ। ਗਿੱਲ ਸਾਹਿਬ, 1996 ਤੁਸੀਂ ਗੱਲ ਕੀਤੀ ਹੈ, ਲਗਾਤਾਰ ਚਲੋ ਪਾਰਟੀ ਦਾ ਤੁਸੀਂ ਸੇਵਾ ਕਰਦੇ ਰਹੇ ਹੈਗੇ ਆ। ਜ਼ਿਆਦਾਤਰ ਲੋਕਾਂ ਨੂੰ ਇਹ ਹੁੰਦਾ ਵੀ ਜਦੋਂ ਕਿਸੇ ਨੂੰ ਅਹੁਦਾ ਜਾਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਲੋਕ ਹਮੇਸ਼ਾ ਵੇਖਦੇ ਵੀ ਇਹਨਾਂ ਦਾ ਜਿਹੜਾ ਇਹ ਕਿੱਥੇ ਕੰਮ ਕਰਦੇ ਰਹੇ, ਕਿੰਨਾ, ਜਿਵੇਂ ਤੁਸੀਂ ਦੱਸ ਹੀ 1996 ਲਗਾ ਰਹੇ ਹੋ, ਤੁਸੀਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਾ ਕੇ ਤੁਸੀਂ ਪਰਦੇ ਪਿੱਛੇ ਜ਼ਿਆਦਾ ਕੰਮ ਕੀਤਾ ਹੋਊਗਾ, ਇਸ ਕਰਕੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਜਿਹੜਾ ਕੋਈ ਵੀ ਅਹੁਦਾ ਦੇਣਾ, ਚਾਹੇ ਉਹ ਕੋਈ ਸੰਸਥਾ ਹੋਵੇ, ਚਾਹੇ ਆ ਲੋਕ ਦਿੰਦੇ ਨੇ, ਚਾਹੇ ਕੋਈ ਪਾਰਟੀ ਪ੍ਰਧਾਨ ਦਿੰਦਾ, ਚਾਹੇ ਕੋਈ ਸੰਸਥਾ ਦਾ ਪ੍ਰਧਾਨ ਕਿਸੇ ਨੂੰ ਆਪਦੀ ਟੀਮ ਦੇ ਵਿੱਚ ਸ਼ਾਮਲ ਕਰਦਾ, ਕੋਈ ਅਹੁਦਾ ਦਿੰਦਾ, ਉਹਦੇ 'ਤੇ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਉਹ ਹੁੰਦਾ ਵਿਸ਼ਵਾਸ, ਟਰਸਟ ਤੇ ਬੰਦੇ ਦੀ ਕਾਬਲੀਅਤ। ਇਹ ਦੋ ਚੀਜ਼ਾਂ, ਇੱਕ ਤਾਂ ਲੀਡਰ ਦਾ ਵਿਸ਼ਵਾਸ ਕਿੰਨਾ ਤੁਹਾਡੇ ਤੇ, ਇੱਕ ਤੁਹਾਡੇ 'ਚ ਕਾਬਲੀਅਤ ਕੀ ਆ। ਕਾਬਲੀਅਤ ਆ ਹਾਰਡ ਵਰਕ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੰਨੀ ਲੀਡਰਸ਼ਿਪ ਆ ਬਹੁਤ ਕਾਬਲ ਤੇ ਬਹੁਤ ਹਾਰਡ ਵਰਕਰ ਆ। ਸਾਡੇ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਜਿੰਨੇ ਕਾਬਲ ਤੇ ਜਿੰਨੇ ਮਿਹਨਤੀ ਪ੍ਰਧਾਨ ਆ, ਅੱਜ ਸਾਨੂੰ ਫਖਰ ਆ ਕਿ ਕਿਸੇ ਹੋਰ ਪਾਰਟੀ ਦੇ ਕੋਲੇ ਉਹਨਾਂ ਜਿੰਨਾ ਮਿਹਨਤੀ ਲੀਡਰ ਹੈ ਨਹੀਂ ਜਿਹੜਾ ਹੈੱਡ ਆ। ਜੀ ਗਿੱਲ ਸਾਹਿਬ, ਤੁਸੀਂ ਹਲਕਾ ਇੰਚਾਰਜ ਬਣੇ ਹੋ ਮੋਗਾ ਦੇ, ਵੱਡੀਆਂ ਜ਼ਿੰਮੇਵਾਰੀਆਂ ਤੁਹਾਨੂੰ ਮਿਲੀਆਂ। ਹਲਕਾ ਕਹਿੰਦੇ ਮੋਗਾ ਅਹਿਮ ਰੋਲ ਅਦਾ ਕਰਦਾ ਜਦੋਂ ਇਲੈਕਸ਼ਨ ਹੁੰਦਾ। ਤੁਹਾਡੇ ਜਿਹੜੇ ਰੁੱਸੇ ਬਹੁਤ ਆ ਵਰਕਰ ਆ, ਜਿਹੜੇ ਇੱਕ ਗੱਲ ਕਰਕੇ ਤਾਂ ਸੁਖਵਿੰਦਰ ਸਿੰਘ ਬਰਾੜ ਹੀ ਸਾਹਮਣੇ ਆਏ ਆ, ਜਿਹੜੇ ਕਿ ਉਹਨਾਂ ਨੇ ਆਪਦੇ ਰੋਸ ਜਿਹੜਾ ਜੱਗ ਜ਼ਾਹਰ ਕੀਤਾ, ਮਨਾਉਣ 'ਚ ਸਫਲ ਹੋਵੋਗੇ? ਬਿਲਕੁਲ ਹੋਵਾਂਗੇ ਜੀ। ਆਪਾਂ ਪਰਿਵਾਰ ਹੁੰਨੇ ਆ, ਇੱਕ ਸਭ ਤੋਂ ਛੋਟੀ ਇਕਾਈ ਆ ਸਮਾਜ ਦੀ ਪਰਿਵਾਰ। ਜਦੋਂ ਆਪਾਂ ਪਰਿਵਾਰ ਨੂੰ ਚਲਾਉਂਦੇ ਆ ਤੇ ਪਰਿਵਾਰ ਦੇ ਵਿੱਚ ਵੀ ਕਦੇ ਕੋਈ ਨਾ ਕੋਈ ਮੈਂਬਰ ਆਪਣਾ ਮਾੜਾ ਮੋਟਾ ਮਨਮਟਾਵ ਹੋ ਜਾਂਦਾ। ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਉਹਦਾ ਫਰਜ਼ ਬਣਦਾ ਵੀ ਉਹਨੂੰ ਆਪਾਂ
ਪਿਆਰ ਮੁਹੱਬਤ ਦੇ ਨਾਲ ਉਹਨੂੰ ਆਪਾਂ ਸੈਟਲ ਕਰੀਏ, ਉਹਦਾ ਮਨ ਮੁਟਾਵ ਦੂਰ ਕਰਾਈਏ, ਉਹਨੂੰ ਕਲਾਵੇ 'ਚ ਲਈਏ ਤੇ ਰਲ ਮਿਲ ਕੇ ਪਰਿਵਾਰ ਨੂੰ ਅੱਗੇ ਵਧਾਈਏ। ਸਰ ਸੁਖਵਿੰਦਰ ਸਿੰਘ ਬਰਾੜ ਹੋਣਾ ਨਾਲ ਮੈਂ ਪਹਿਲੇ ਦਿਨ ਹੀ ਜਿੱਦਣ ਮੇਰੀ ਅਨਾਉਂਸਮੈਂਟ ਹੋਈ ਉਦੋਂ ਹੀ ਮੈਂ ਉਹਨਾਂ ਦੇ ਸ਼ਾਮ ਨੂੰ ਘਰੇ ਜਾ ਕੇ ਆਇਆ। ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰ ਤੀਰਥ ਸਿੰਘ ਮਾਲਾ ਉਹਨਾਂ ਨੇ ਵੀ ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਨੇ ਵੀ ਉਹਨਾਂ ਨਾਲ ਆਪਦਾ ਜਿਹੜਾ ਕੋਈ ਦੁੱਖ ਤਕਲੀਫ ਸੀ ਸਾਂਝਾ ਕੀਤਾ, ਪਿਆਰ ਮੁਹੱਬਤ ਨਾਲ ਸਾਰਾ ਸੈਟਲ ਕੀਤਾ। ਉਸ ਤੋਂ ਬਾਅਦ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਬਰਾੜ ਸਾਹਿਬ ਮਿਲੇ ਤਾਂ ਪਾਰਟੀ ਪ੍ਰਧਾਨ ਸਾਹਿਬ ਬਾਦਲ ਸਾਹਿਬ ਨੇ ਵੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਮੈਨੂੰ ਪਤਾ ਤੂੰ ਸਾਡਾ ਮਿਹਨਤੀ ਵਰਕਰ ਆ। ਬਾਦਲ ਸਾਹਿਬ ਨੇ ਕਿਹਾ ਉਹਨਾਂ ਨੂੰ ਕਿ ਆਉਣ ਵਾਲੇ ਸਮੇਂ ਤੈਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤੇ ਪਾਰਟੀ ਦਾ ਜਿਹੜਾ ਵਰਕ ਆ ਉਹ ਤਗੜੇ ਹੋ ਕੇ ਕਰੋ। ਵੀ ਸਨੀ ਗਿੱਲ ਤੁਹਾਨੂੰ ਮੈਂ ਆਪਦਾ ਛੋਟਾ ਭਰਾ ਆਇਆ ਜੇ ਤੁਹਾਨੂੰ ਵਰਕਰ ਦਿੱਤਾ ਇੱਥੇ ਮੋਗੇ ਹਲਕੇ ਵਾਸਤੇ, ਤੁਸੀਂ ਇਹਦੇ ਮੋਢੇ ਨਾਲ ਮੋਢਾ ਲਾ ਕੇ ਯੋਗਦਾਨ ਆਪਦਾ ਵੱਧ ਤੋਂ ਵੱਧ ਪਾਓ ਤੇ ਮਿਹਨਤ ਕਰਕੇ ਹਲਕੇ ਨੂੰ ਸਵਾਰੋ। ਤੇ ਉਹਨੇ ਸਹਿਮਤੀ ਸਰ ਸੁਖਵਿੰਦਰ ਸਿੰਘ ਬਰਾੜ ਨੇ ਆਪਣੀ ਸਹਿਮਤੀ ਜਤਾਈ ਹੈ ਬਾਦਲ ਸਾਹਿਬ ਨਾਲ ਵੀ, ਸਾਡੇ ਸਾਰਿਆਂ ਨਾਲ ਵੀ। ਉਹ ਭਰਾ ਬਣ ਕੇ ਮੇਰੇ ਨਾਲ ਚੱਲੂਗਾ। ਸਾਰੀ ਟੀਮ ਅਸੀਂ ਰਲ ਮਿਲ ਕੇ ਜਿਹੜਾ ਉਹ ਮੋਗੇ ਦੇ ਵਿਕਾਸ ਵਿੱਚ ਯੋਗਦਾਨ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਾਡੇ ਜਿਹੜੇ ਅਕਾਲੀ ਵਰਕਰ ਆ ਉਹ ਖੁਸ਼ ਰਹਿ ਕੇ ਪਾਰਟੀ ਦੇ ਕੰਮ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਗਿੱਲ ਸਾਹਿਬ, ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਪੈ ਗਈ ਹੈ ਹਲਕਾ ਇੰਚਾਰਜ ਦੀ, ਕਿਉਂਕਿ ਤੁਹਾਡੇ ਹਲਕਾ ਸਾਰਾ ਅੰਡਰ ਕਰਤਾ ਹੈਗਾ, ਤੁਸੀਂ ਪਾਰਟੀ ਨੂੰ ਸਾਂਭਣਾ। ਜਿਵੇਂ ਤੁਸੀਂ ਬਰਾੜ ਸਾਹਿਬ ਦੀ ਗੱਲ ਕੀਤੀ ਹੈ ਵੀ ਤੁਹਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਹੈ, ਸਾਰੇ ਪਾਰਟੀ ਦੀ ਹੋ ਗਈ ਹੈ, ਵੀ ਤੁਹਾਡੀ ਸਪੋਰਟ ਕਰਨ ਨੂੰ ਕੀ ਸਹਿਮਤ ਹੋ ਗਿਆ ਜੀ? ਉਹ ਬਿਲਕੁਲ ਹੋ ਗਏ ਆ ਜੀ, ਬਿਲਕੁਲ ਨਾਲ ਚੱਲਣਗੇ, ਇਕੱਠੇ ਹੋ ਕੇ ਤੁਰਾਂਗੇ। ਅਸੀਂ ਸਾਰੇ ਭਰਾ ਰਲ ਮਿਲ ਕੇ ਆਪਦਾ ਪਾਰਟੀ ਨੂੰ ਅੱਗੇ ਲਿਜਾਣ ਦੇ ਵਿੱਚ ਯੋਗਦਾਨ ਪਾਵਾਂਗੇ। ਗਿੱਲ ਸਾਹਿਬ, ਇਦੋਂ ਅੱਗੇ ਇੱਕ ਕਹਿੰਦੇ ਚੁਣੌਤੀ ਆ ਗਈ ਹੈ ਵੀ ਜਿਹੜੀਆਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਜਿਹੜੀਆਂ ਸਰਕਾਰ ਨੇ ਭੰਗ ਕਰਤੀਆਂ, ਪੰਚਾਇਤਾਂ ਨਵੰਬਰ 'ਚ ਵੀ ਹੋ ਸਕਦੀਆਂ, ਜਨਵਰੀ 'ਚ ਵੀ ਜਾ ਸਕਦੀਆਂ, ਉਹਦੇ ਲਈ ਤੁਸੀਂ ਕੀ ਸਟ੍ਰੈਟਜੀ ਬਣਾ ਰਹੇ ਹੋ, ਕਿਸ ਤਰੀਕੇ ਨਾਲ ਚੱਲੋਗੇ? ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਜਿਹੜੀਆਂ ਪੰਚਾਇਤਾਂ ਪਿੰਡਾਂ ਦੀਆਂ, ਸਾਡਾ ਮੁੱਖ ਆਧਾਰ ਜਿਹੜਾ ਉਹ ਕਿਸਾਨੀ ਵੋਟ ਆ ਜਾਂ ਪਿੰਡਾਂ ਦੀ ਜਿਹੜੀ ਵਸੋਂ ਆ, ਉਹ ਅਕਾਲੀ ਦਲ ਦਾ ਜਿਹੜਾ ਮੁੱਖ ਉਹ ਜਿਹੜਾ ਹੈਗਾ ਉਹ ਆਧਾਰ ਆ। ਜਦੋਂ ਤੋਂ ਵੀ ਮੁਲਕ ਆਜ਼ਾਦ ਹੋਇਆ ਜਾਂ ਮੁਲਕ ਦੀ ਆਜ਼ਾਦੀ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਕਮੇਟੀਆਂ ਦਾ ਜਿਹੜਾ ਚਾਰਜ ਲਿਆ, ਗੁਰਦੁਆਰਿਆਂ ਦਾ ਪ੍ਰਬੰਧ ਲਿਆ, ਉਦੋਂ ਤੋਂ ਹੀ ਜਿੰਨੀ ਵੱਧ ਤੋਂ ਵੱਧ ਮੈਂਬਰਸ਼ਿਪ ਸੀ ਸ਼੍ਰੋਮਣੀ ਅਕਾਲੀ ਦਲ ਦੀ, ਉਹ ਕਿਸਾਨ ਜਿਹੜੀਆਂ ਉਹ ਜਥੇਬੰਦੀਆਂ ਜਾਂ ਪਿੰਡਾਂ ਦੇ ਵਿੱਚੋਂ ਜਿਹੜੇ ਸਿੱਖ ਜਿਹੜੇ ਆਪਣੇ ਲੋਕ ਸੀਗੇ ਉਹ ਜਥੇਬੰਦ ਹੋਏ ਤੇ ਇਕੱਠੇ ਤੁਰੇ। ਜਿਹੜੀ ਅੱਜ ਅਕਾਲੀ ਦਲ ਦੀ ਮਜ਼ਬੂਤੀ ਆ, ਉਹ ਸਾਡੇ ਜਿਹੜੇ ਜੱਟ ਸਿੱਖ ਪਰਿਵਾਰ ਆ ਪਿੰਡਾਂ ਦੇ, ਉਹਨਾਂ ਦਾ ਜਿਹੜਾ ਸਮਝ ਲਓ ਤੁਸੀਂ ਬਹੁਮਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਇਕੱਠੇ ਹੋ ਕੇ ਚੱਲ ਰਹੇ ਆ। ਜਿਹੜੀਆਂ ਪੰਚਾਇਤੀ ਚੋਣਾਂ ਇਹ ਬੈਕਬੋਨ ਆ ਸਾਡੇ ਹਿੰਦੁਸਤਾਨ ਦੀ। ਜਦੋਂ ਹਿੰਦੁਸਤਾਨ ਦੀ ਬੈਕਬੋਨ ਆ ਤਾਂ ਖਾਸ ਕਰਕੇ ਪੰਜਾਬ ਦੀਆਂ ਵੀ ਸਮਝ ਲਓ ਤੁਸੀਂ 80% ਵਸੋਂ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਵਸਦੀ ਆ। ਜੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਚੰਗੀਆਂ ਹੋਣਗੀਆਂ ਤਾਂ ਪਿੰਡਾਂ ਦੀ ਤਰੱਕੀ ਹੋਊਗੀ। ਜੇ ਅੱਜ ਅਸੀਂ ਗੱਲ ਕਰੀਏ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿੰਨਾ ਟਾਈਮ ਸਰਕਾਰ ਰਹੀ ਆ, ਉਹਦੇ ਟਾਈਮ ਦੇ ਕੰਮ ਕੀਤੇ ਹੋਏ ਤੁਸੀਂ ਦੇਖ ਲਓ। ਪਿੰਡਾਂ ਦੇ ਵਿੱਚ ਜਾ ਕੇ ਜੋ ਨਿਸ਼ਾਨੀਆਂ, ਚਾਹੇ ਉਹ ਸੜਕਾਂ, ਚਾਹੇ ਡਿਸਪੈਂਸਰੀਆਂ, ਚਾਹੇ ਕੋਆਪਰੇਟਿਵ ਸੁਸਾਇਟੀਆਂ, ਚਾਹੇ ਕੋਈ ਵੀ ਸਰਕਾਰੀ ਅਦਾਰਾ, ਉਹ ਜੋ ਡਿਵੈਲਪਮੈਂਟ ਹੋਈ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਵੱਧ ਤੋਂ ਵੱਧ ਹੋਈ ਆ। ਜੇ ਕੈਲਕੂਲੇਟ ਕਰੋਗੇ ਤੁਸੀਂ, ਗਿਣਤੀ ਮਿੰਤੀ ਕਰਨ ਲੱਗ ਜਾਓ ਤਾਂ ਟੋਟਲ ਆਜ਼ਾਦੀ ਤੋਂ ਬਾਅਦ 75% ਕੰਮ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕਰਵਾਏ ਆ। ਤੇ ਇਸ ਕਰਕੇ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਰੂਰੀ ਬਣ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਉਹ ਪੰਚਾਇਤਾਂ ਬਣਨ। ਸ਼੍ਰੋਮਣੀ ਕਮੇਟੀ ਜਦੋਂ ਅਕਾਲੀ ਦਲ ਦੀਆਂ ਪੰਚਾਇਤਾਂ ਬਣਨੀਆਂ ਤੇ ਇੱਕ ਹਲਕਾ ਇੰਚਾਰਜ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਤੇ ਯੋਗ ਉਮੀਦਵਾਰ ਜਿਹੜੇ ਆ ਉਹ ਲੋਕਾਂ ਨੂੰ ਦਿੱਤੇ ਜਾਣ, ਯੋਗ ਪੰਚ ਜਿਹੜੇ ਆ ਲੋਕਾਂ ਨੂੰ ਦਿੱਤੇ ਜਾਣ, ਯੋਗ ਸਰਪੰਚ ਜਿਹੜੇ ਆ ਜਾਂ ਪੰਚਾਇਤਾਂ ਜਿਹੜੀਆਂ ਉਹ ਪਿੰਡ ਦੀਆਂ ਬਣਨ ਤਾਂ ਜੋ ਪਿੰਡ ਦੀ ਤਰੱਕੀ ਦੇ ਵਾਸਤੇ, ਪਿੰਡ ਦੇ ਵਿਕਾਸ। ਗਿੱਲ ਸਾਹਿਬ, ਤੁਸੀਂ ਯੋਗ ਉਮੀਦਵਾਰਾਂ ਦੀ ਗੱਲ ਕੀਤੀ ਹੈਗੀ ਆ, ਕਿਉਂਕਿ ਲੋਕਾਂ ਦੇ ਵਿੱਚ ਆਮ ਭਾਵਨਾ ਪਾਈ ਜਾਂਦੀ ਹੈ ਵੀ ਜ਼ਿਆਦਾਤਰ ਪੰਚ ਤੇ ਸਰਪੰਚ ਅਨਪੜ੍ਹ ਆ ਜਾਂਦੇ ਹੈਗੇ ਆ। ਕੀ ਤੁਹਾਡੀ ਪਾਰਟੀ ਇਸ ਨੂੰ ਤਰਜੀਹ ਦੇਊਗੀ ਵੀ ਪੜ੍ਹੇ ਲਿਖੇ ਹੀ ਨੌਜਵਾਨ ਜਾਂ ਜਿਹੜੇ ਵੀ ਬੰਦੇ ਪੜ੍ਹੇ ਲਿਖੇ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ? ਬਿਲਕੁਲ ਦੇਣੀ ਚਾਹੀਦੀ ਹੈ ਤਰਜੀਹ ਇਹ, ਪਰ ਮੈਂ ਬਹੁਤ ਜ਼ਿਆਦਾ ਭਾਈ ਸਾਹਿਬ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਪੜ੍ਹੇ ਲਿਖੇ ਤੇ ਅਨਪੜ੍ਹ ਵਾਲੀ ਦੇ ਵਿੱਚ। ਮੈਂ ਬਹੁਤ ਐਸੇ ਬੰਦਿਆਂ ਨੂੰ ਦੇਖਦਾ ਜਿਹੜੇ ਘੱਟ ਪੜ੍ਹੇ ਆ
ਤੇ ਅੱਜ ਸੁਪਰ ਕਾਮਯਾਬ ਆ। ਤੇ ਬਹੁਤ ਐਸੇ ਬੰਦੇ ਆ ਜਿਹੜੇ ਬਹੁਤ ਪੜ੍ਹੇ ਲਿਖੇ ਠੇਡੇ ਖਾਂਦੇ ਤੁਰੇ ਫਿਰਦੇ ਆ। ਹਾਂ, ਸਮਝ ਬੰਦੇ ਦੀ ਕੀ ਆ, ਅਕਲ ਕੀ ਆ। ਮਹਾਰਾਜਾ ਰਣਜੀਤ ਸਿੰਘ ਕਿੰਨਾ ਕੁ ਪੜ੍ਹਿਆ ਸੀ, ਕਿੱਥੋਂ ਲੈ ਕੇ ਕਿੱਥੋਂ ਤੱਕ ਉਹਨੇ ਰਾਜ ਭਾਗ ਕਰ ਲਿਆ। ਅੱਜ ਦੀ ਘੜੀ ਵੀ ਜੇ ਗੱਲ ਕਰੀਏ, ਬਹੁਤ ਐਸੇ ਬਿਜ਼ਨਸਮੈਨ, ਬਹੁਤ ਐਸੇ ਲੀਡਰ ਸਾਡੇ ਕੋਲੇ ਹੈਗੇ ਆ ਜਿਹੜੇ ਘੱਟ ਪੜ੍ਹੇ ਲਿਖੇ ਆ, ਪਰ ਉਹਨਾਂ ਨੇ ਬਹੁਤ ਚੰਗਾ ਪ੍ਰਸ਼ਾਸਨ ਦਿੱਤਾ, ਬਹੁਤ ਚੰਗਾ ਰਾਜ ਭਾਗ ਕੀਤਾ, ਲੋਕਾਂ ਨੂੰ ਚੰਗੀ ਲੀਡਰਸ਼ਿਪ ਦਿੱਤੀ ਆ। ਕਾਬਲ ਆਦਮੀ ਹੋਣਾ ਚਾਹੀਦਾ ਜੀ, ਬੇਈਮਾਨ ਨਾ ਹੋਵੇ, ਪਾਰਟੀ ਦਾ ਵਫਾਦਾਰ ਹੋਵੇ, ਆਪਦੇ ਲੋਕਾਂ ਦਾ ਵਫਾਦਾਰ ਹੋਵੇ, ਮਿਹਨਤੀ ਹੋਵੇ, ਵਿਕਾਸ ਪੱਖੀ ਸੋਚ ਹੋਵੇ, ਪਿੰਡ ਦੀ ਤਰੱਕੀ ਵਾਸਤੇ ਆਪਣਾ ਆਪ ਸਮਰਪਿਤ ਕਰਨ ਵਾਲਾ ਹੋਵੇ। ਇਹ ਲੀਡਰ ਦੀਆਂ ਕੁਆਲਿਟੀਆਂ ਚਾਹੀਦੀਆਂ, ਚਾਹੇ ਉਹ ਪੜ੍ਹਿਆ ਲਿਖਿਆ, ਚਾਹੇ ਉਹ ਘੱਟ ਪੜ੍ਹਿਆ ਲਿਖਿਆ, ਚਾਹੇ ਉਹ ਵੱਧ ਪੜ੍ਹਿਆ ਲਿਖਿਆ। ਜੀ ਗਿੱਲ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਜਿਹੜੇ ਕੰਮ ਕੀਤੇ ਉਹ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਜਿਹੜੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਨਾ ਕਿਤੇ ਤੁਸੀਂ ਕਾਮਯਾਬ ਹੋਵੋਗੇ, ਉਹ ਬਾਅਦ ਦੀ ਗੱਲ ਆ। ਪਰ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ ਇਲੈਕਸ਼ਨ ਦੇ ਵਿੱਚ ਜੇ ਆਪਾਂ ਵੇਖੀਏ ਤਾਂ 3 ਸੀਟਾਂ ਦੇ ਉੱਤੇ ਅਕਾਲੀ ਦਲ ਸਿਮਟ ਕੇ ਰਹਿ ਗਈ, ਤੇ ਅਕਾਲੀ ਦਲ ਦਾ ਜਿਹੜਾ ਆਭਾਰ ਆ ਉਹ ਕਿਵੇਂ ਨਿਕਲ ਕੇ ਸਾਹਮਣੇ ਆਊਗਾ? ਕਿੰਨੀ ਕੁ ਕੋਸ਼ਿਸ਼ ਤੁਹਾਨੂੰ ਕਰਨੀ ਪਊਗੀ, ਜਾਂ ਹੁਣ ਤੱਕ ਤੁਸੀਂ ਕੀ ਕੋਸ਼ਿਸ਼ਾਂ ਕਰ ਰਹੇ ਹੋ? ਅਕਾਲੀ ਦਲ ਤਾਂ ਜਦੋਂ ਦਾ ਪੈਦਾ ਹੋਇਆ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਤੌਰ ਤੇ ਪੈਦਾ ਹੋਇਆ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਪੈਦਾ ਹੋਇਆ, ਇਹਨੇ ਤਾਂ ਹਮੇਸ਼ਾ ਹਾਰਡ ਵਰਕ ਕੀਤਾ। ਜਿੰਨੀਆਂ ਜੇਲ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕੱਟੀਆਂ ਆਜ਼ਾਦੀ ਤੋਂ ਬਾਅਦ ਮੇਰਾ ਖਿਆਲ ਨਹੀਂ ਕਿਸੇ ਪਾਰਟੀ ਲੀਡਰਸ਼ਿਪ ਨੇ, ਕਿਸੇ ਵੀ ਪਾਰਟੀ ਦੀ ਲੀਡਰਸ਼ਿਪ ਨੇ ਇੰਨੀਆਂ ਜੇਲ੍ਹਾਂ ਕੱਟੀਆਂ ਹੋਣ। ਕਿਹਦੇ ਵਾਸਤੇ? ਲੋਕਾਂ ਵਾਸਤੇ। ਕਾਹਦੇ ਵਾਸਤੇ? ਗਿੱਲ ਸਾਹਿਬ, ਤੁਸੀਂ ਠੀਕ ਆ, ਪਾਰਟੀ ਦੀ ਜਿਹੜੀ ਆਪਦੀ ਪਿਛਲਾ ਬਹੁਤ ਜੇਲ੍ਹਾਂ ਕੱਟੀਆਂ, ਤੁਹਾਡੀ ਗੱਲ ਦਮ ਹੈਗਾ, ਕੋਈ ਦੂਸਰੀ ਗੱਲ ਨਹੀਂ। ਪਰ ਪਾਰਟੀ ਦਾ ਜਿਹੜਾ ਗ੍ਰਾਫ ਥੱਲੇ ਜਾਣ ਦੇ ਕਿਹੜੇ ਕਿੱਥੇ ਘਾਟ ਰਹੀ? ਜਿਵੇਂ ਹੁਣ ਚਲੋ ਤੁਸੀਂ ਹਲਕਾ ਇੰਚਾਰਜ ਲੱਗ ਗਏ, ਤੁਸੀਂ ਪਿੱਛੇ ਬੈਠ ਕੇ ਸਾਰਾ ਕੁਝ ਵਾਜਦੇ ਵੀ ਰਹੇ ਆ, ਤੁਹਾਡਾ ਕੀ ਦਿਮਾਗ ਕਹਿੰਦਾ ਵੀ ਕਿਸ ਤਰੀਕੇ ਨਾਲ ਅਗਲੀ ਜਿਹੜੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ? ਜਦੋਂ ਆਪਾਂ ਲਗਾਤਾਰ ਰਾਜ ਭਾਗ ਕਰਦੇ ਹਾਂ, ਅਸੀਂ 10 ਸਾਲ ਲਗਾਤਾਰ ਰਾਜ ਭਾਗ ਕੀਤਾ, ਜਿਹੜੀਆਂ ਪਾਰਟੀਆਂ ਅੱਜ ਰਾਜ ਭਾਗ ਕਰ ਰਹੀ ਹੈ ਜਿਹੜੀ ਵੀ ਪਾਰਟੀ, ਉਹਨੇ ਕੀ ਝੂਠ ਤੂਫਾਨ ਬੋਲੇ। ਸੋਸ਼ਲ ਮੀਡੀਆ ਦਾ ਨਵਾਂ ਸਮਾਂ ਆਇਆ ਸੀ, ਸੋਸ਼ਲ ਮੀਡੀਆ ਦਾ ਮਿਸਯੂਜ਼ ਕਿੰਨਾ ਹੋਇਆ, ਕਿੰਨਾ ਝੂਠ ਤੂਫਾਨ ਬੋਲਿਆ ਗਿਆ। ਅੱਜ ਤੱਕ ਤੁਸੀਂ ਨਿਗਾਹ ਮਾਰ ਕੇ ਦੇਖੋ, ਕਦੋਂ ਤੋਂ ਮੁਲਕ ਆਜ਼ਾਦ ਹੋਇਆ ਅੱਜ ਤੱਕ ਬੇਅਦਬੀਆਂ ਨਾ ਹੋ ਗਈਆਂ। ਇਹ ਹੋਣੀ ਬੇਅਦਬੀਆਂ ਕਿਉਂ ਹੋਣ ਲੱਗ ਗਈਆਂ? ਉਹਨਾਂ ਬੇਅਦਬੀਆਂ ਦਾ ਬੈਨੀਫਿਟ ਕਿਹਨੂੰ ਹੋਇਆ? ਇਹਨਾਂ ਚੀਜ਼ਾਂ ਨੂੰ ਜਦੋਂ ਵੀ ਸੂਝਵਾਨ ਬੰਦੇ ਬਹਿ ਕੇ ਵਿਚਾਰਦੇ ਆ, ਉਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕਿਹੜੀਆਂ ਨੀਤੀਆਂ ਦੇ ਤਹਿਤ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ, ਕਿਹੜੀਆਂ ਨੀਤੀਆਂ ਦੇ ਤਹਿਤ ਸਾਡੀ ਸਰਕਾਰ ਨੂੰ ਬਦਨਾਮ ਕੀਤਾ ਗਿਆ। ਅੱਜ ਉਹੀ ਲੋਕ ਜਿਨ੍ਹਾਂ ਨੇ ਬੇਮੁਖ ਹੋ ਕੇ ਵੋਟਾਂ ਪਾਈਆਂ ਅਕਾਲੀ ਦਲ ਦੇ ਉਲਟ, ਅੱਜ ਉਹੀ ਅਕਾਲੀ ਦਲ ਨੂੰ ਯਾਦ ਕਰ ਰਹੇ। ਤੁਸੀਂ ਪਿੰਡਾਂ ਦੇ ਵਿੱਚ ਸਰਵੇ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜੂ ਲੋਕੀ ਬਾਹਾਂ ਅੱਡੀ ਖੜੇ ਆ, ਅਕਾਲੀ ਦਲ ਵਾਸਤੇ ਬਾਹਾਂ ਅੱਡੀ ਖੜੇ ਆ। ਸਾਡੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਇੱਕ ਪਿੰਡ ਦਾ ਪੰਚ ਸਰਪੰਚ ਵੀ ਜਿਹੜਾ ਜਾਂ ਕੋਈ ਐਮਸੀ ਵੀ ਜਿਹੜਾ ਸ਼ਹਿਰ ਦਾ ਸੀ, ਉਹ ਐਮਐਲਏ ਜਿੰਨੀ ਪਾਵਰ ਰੱਖਦਾ ਸੀ, ਸਰਕਾਰੇ ਦਰਬਾਰੇ ਉਹਦੀ ਪੂਰੀ ਸੁਣਵਾਈ ਸੀ। ਅੱਜ ਕੀ ਹੈ? ਅੱਜ ਹਾਲਾਤ ਦੇਖੋ ਕੀ ਹੈ। ਜੀ ਗਿੱਲ ਸਾਹਿਬ, ਦੂਸਰਾ ਸਵਾਲ ਕਰਕੇ, ਪਿਛਲੇ ਦਿਨਾਂ 'ਚ ਅਸੀਂ ਇੰਟਰਵਿਊ ਕੀਤੀ ਸੀਗੀ ਡਾਕਟਰ ਹਰਜੋਤ ਕਮਲ ਦੀ। ਡਾਕਟਰ ਹਰਜੋਤ ਕਮਲ ਤੋਂ ਸਵਾਲ ਪੁੱਛਿਆ ਗਿਆ ਸੀ ਗੱਠਜੋੜ ਬਾਰੇ। ਪਹਿਲਾਂ ਦੱਸੋ ਤੁਸੀਂ ਤੁਹਾਡਾ ਗੱਠਜੋੜ ਬਾਰੇ ਕੀ ਰਾਏ ਆ? ਜੇ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਹੁੰਦਾ, ਤੁਸੀਂ ਸਹਿਮਤ ਹੋ ਕਰਨ ਦੇ ਹੱਕ 'ਚੋਂ? ਕਿਉਂਕਿ ਤੁਸੀਂ ਮੋਗੇ 'ਚ ਬੈਠੇ ਹੋ, ਹਿੰਦੂ ਤਾਂ ਜਿਹੜੀ ਵੋਟ ਆ ਉਹ ਜ਼ਿਆਦਾ ਹੁੰਦੀ ਹੈ, ਤੇ ਜਿਹੜੀ ਜ਼ਿਆਦਾ ਵੋਟ ਆ ਉਹ ਬੀਜੇਪੀ ਨਾਲ ਕਿਤੇ ਨਾ ਕਿਤੇ ਕਨੈਕਟ ਹੁੰਦੀ ਆ। ਜਿਹੜੀ ਗੱਠਜੋੜ ਦੀ ਗੱਲ ਆ, ਉਹ ਮੇਰਾ ਅਧਿਕਾਰ ਖੇਤਰ ਨਹੀਂ, ਉਹ ਮੇਰੇ ਪਾਰਟੀ ਪ੍ਰਧਾਨ ਦਾ ਅਧਿਕਾਰ ਖੇਤਰ ਆ, ਉਹ ਕੋਰ ਕਮੇਟੀ ਦਾ ਅਧਿਕਾਰ ਖੇਤਰ ਆ, ਤੇ ਉਹ ਕੱਲਾ ਸਾਡੀ ਕੋਰ ਕਮੇਟੀ ਦਾ ਜਾਂ ਸਾਡੇ ਪ੍ਰਧਾਨ ਸਾਹਿਬ ਦਾ ਅਧਿਕਾਰ ਖੇਤਰ ਨਹੀਂ, ਉਹ ਬੀਜੇਪੀ ਦਾ ਵੀ ਅਧਿਕਾਰ ਖੇਤਰ ਆ। ਉਹਨਾਂ ਦੋਵਾਂ ਦੀ ਸੋਚ ਜਦੋਂ ਇੱਕ ਬਿੰਦੂ ਦੇ ਉੱਤੇ ਆ ਕੇ ਇਕੱਠੀ ਹੋ ਜਾਊਗੀ, ਉਦੋਂ ਇਹਦੇ ਬਾਰੇ ਫੈਸਲਾ ਲਿਆ ਜਾਊਗਾ। ਗੱਠਜੋੜ ਦੀ ਜਿਹੜੀ ਤੁਸੀਂ ਗੱਲ ਕਰਦੇ ਫਾਇਦਾ ਕਿ ਨੁਕਸਾਨ, ਇਕੱਠੇ ਹੋਣ ਦਾ ਤਾਂ ਹਮੇਸ਼ਾ ਹੀ ਫਾਇਦਾ ਹੁੰਦਾ। ਸਾਰੀ ਦੁਨੀਆ 'ਚ ਹੀ ਇਹਦਾ ਗੱਲ ਕਹੀ ਗਈ ਆ ਵੀ ਇੱਕ ਲੱਕੜੀ ਤੋੜਨੀ ਸੌਖੀ ਆ ਤੇ ਵੱਧ ਲੱਕੜੀਆਂ ਦੀ ਪੰਡ ਤੋੜਨੀ ਔਖੀ ਆ। ਉਹਦਾ ਆਪਾਂ ਨੂੰ ਬਚਪਨ ਤੋਂ ਹੀ, ਜਿਉਂ ਆਪਾਂ ਸੁਰਤ ਸੰਭਾਲੀ ਆ, ਉਦੋਂ ਤੋਂ ਹੀ ਆਪਾਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ, ਸੁਰਤ ਸੰਭਾਲਣ ਤੋਂ ਹੀ। ਇਕੱਠੇ ਹੋਣ ਦਾ, ਗੱਠਜੋੜ ਹੋਣ ਦਾ ਹਮੇਸ਼ਾ ਫਾਇਦੇ ਹੀ ਹੁੰਦੇ, ਨੁਕਸਾਨ ਤਾਂ ਕੋਈ ਨਹੀਂ। ਗੱਲ ਕਰੀਏ ਗਿੱਲ ਸਾਹਿਬ, ਚਿੱਟੇ ਨੇ ਪੰਜਾਬ ਦੇ ਵਿੱਚ ਜਿਹੜੇ ਘਰ ਘਰ ਪੈਰ ਪਸਾਰ ਲਏ, 70 ਵੀ ਵਿਛਾਉਣੇ ਸ਼ੁਰੂ ਕਰਤੇ, ਆਪਾਂ ਕੋਈ ਜ਼ਿਲ੍ਹਾ ਨਹੀਂ ਬਚਿਆ ਉਹਦੇ 'ਚੋਂ। ਉਹਦੇ ਬਾਰੇ ਕੀ ਕਹਿਣਾ ਚਾਹੋ? ਕੀ ਵਿਚਾਰ ਆ ਸਾਡੇ? ਬਹੁਤ ਬੁਰੇ ਹਾਲਾਤ ਆ ਜੀ, ਖਾਸ ਕਰਕੇ ਸਾਡੇ ਮੋਗੇ ਸ਼ਹਿਰ ਦੇ ਹਾਲਾਤ ਇੱਥੋਂ ਤੱਕ ਆ ਗਏ ਵੀ ਅੱਗੇ ਤਾਂ ਨੌਜਵਾਨ ਮੁੰਡੇ ਨਸ਼ਾ ਕਰਦੇ ਸੀ, ਹੁਣ ਨੌਜਵਾਨ ਕੁੜੀਆਂ ਵੀ ਨਸ਼ੇ ਕਰਦਿਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ, ਕਿਵੇਂ ਡਿੱਗਦੀਆਂ ਤੁਰੀਆਂ ਫਿਰਦੀਆਂ। ਇੱਕ ਦਿਨ ਇੱਥੇ ਸੈਕਟਰੀਏਟ ਦੇ ਸਾਹਮਣੇ ਇੱਕ ਬੱਸ ਵਾਲਾ
ਇੱਕ ਮੁੰਡੇ ਨੂੰ ਲਾਹ ਕੇ ਥੱਲੇ ਛੱਡ ਗਿਆ, ਉਹ ਨਸ਼ੇ ਦਾ ਰੱਜਿਆ ਪਿਆ। ਕੋਈ ਸਮਾਜ ਸੇਵੀ ਜਥੇਬੰਦੀਆਂ ਨੇ ਚੱਕਿਆ, ਉਹਦਾ ਇਲਾਜ ਲੂਜ ਕਰਾ ਕੇ ਘਰੇ ਭੇਜਿਆ। ਬੁਰਾ ਹਾਲ ਹੋ ਰਿਹਾ। ਸਾਡੇ ਇੱਥੇ ਇੱਕ MC ਵੀ ਹੈਗੇ ਆ, ਜੀਤਾ ਸਿੰਘ, ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਹੀ MC ਆ। ਉਹਨੇ ਮੁਹਿੰਮ ਵੀ ਛੇੜੀ, ਬੜਾ ਉਹਨੇ ਰੌਲਾ ਪਾਇਆ ਵੀ ਸਾਡੇ ਮਹੱਲੇ 'ਚ ਸਮੈਕ ਵਿਕ ਰਹੀ ਆ, ਸਾਡੇ ਆ ਚਿੱਟਾ ਵਿਕਦਾ, ਵੀ ਕੋਈ ਐਕਸ਼ਨ ਕਰੋ। ਉਹਦੀ ਸੁਣਵਾਈ ਨਹੀਂ ਹੋਈ। ਆ ਹੁਣ ਸਾਡੇ ਮਿਊਨਿਸਪਲ ਕਮੇਟੀ ਦੀਆਂ ਜਦੋਂ ਚੋਣਾਂ ਸੀ ਤੇ ਸਰਕਾਰ ਵੱਲੋਂ ਦੂਜੀਆਂ ਪਾਰਟੀਆਂ ਦੇ MC ਚੱਕ ਕੇ ਕੋਰਮ ਪੂਰਾ ਕਰਨ ਵਾਸਤੇ, ਚਾਹੇ ਉਹ ਕਾਂਗਰਸ ਦੇ ਸੀ ਚਾਹੇ ਅਕਾਲੀ ਦਲ ਦੇ ਸੀ, ਉਹਨਾਂ MCਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਰਕੇ ਮੈਨੇਜ ਉਹਨਾਂ ਨੇ ਆਪਦੇ ਹੱਕ 'ਚ ਕਰਨ ਵਾਸਤੇ ਜਦੋਂ ਮੁਹਿੰਮ ਛੇੜੀ, ਉਦੋਂ ਉਹਨੇ ਫੇਰ ਰੌਲਾ ਪਾਇਆ ਉੱਥੇ ਸਾਰੇ MCਆਂ ਦੇ ਵਿੱਚ, ਸਾਰੀ ਲੀਡਰਸ਼ਿਪ ਦੇ ਵਿੱਚ, ਸਰਕਾਰ ਦੀ ਜੋ ਲੀਡਰਸ਼ਿਪ ਸੀ ਮੌਜੂਦਾ, ਕਿ ਯਾਰ ਚਿੱਟੇ ਦਾ ਆਹ ਹਾਲ ਆ, ਤੁਸੀਂ ਕਹਿੰਦੇ ਸਾਡਾ ਮੇਅਰ ਬਣਾ ਦਿਓ। ਉਹਦੇ ਰੌਲਾ ਪਾਉਣ ਦੇ ਨਾਲ ਉਹ ਗੱਲ ਉੱਭਰੀ। ਉਹ ਗੱਲ ਲੈ ਕੇ SSP ਸਾਹਿਬ ਕੋਲੇ ਗਏ ਇਕੱਠੇ ਹੋ ਕੇ। SSP ਸਾਹਿਬ ਨੇ ਐਕਸ਼ਨ ਕੀਤਾ। ਉਹ ਐਕਸ਼ਨ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਚਿੱਟਾ ਵੇਚਣ ਵਾਲੇ ਬੰਦੇ ਸੀ, ਉਹਦੇ ਜਿਹੜਾ ਪਿੱਛੇ ਕੱਢਿਆ ਗਿਆ, ਤਾਂ ਪਿੱਛੇ ਕੀ ਉਹਦੇ ਵਿੱਚ ਆਇਆ ਉਹ ਮੈਨੂੰ ਦੱਸਣ ਦੀ ਲੋੜ ਨਹੀਂ, ਸਾਰੇ ਸ਼ਹਿਰ ਨੂੰ ਪਤਾ ਵੀ ਕੌਣ ਕੌਣ ਉਹਦੇ 'ਚ ਇਨਵੋਲਵ ਸੀ ਤੇ ਕਿਹਨੂੰ ਕਿਹਨੂੰ ਮੁੜ ਕੇ ਫਿਰ ਉਹ 'ਚੋਂ ਸ਼ਟ ਆਊਟ ਥਾਣੇ ਦੇ ਵਿੱਚੋਂ ਵੀ ਕੀਤਾ ਗਿਆ, ਤੇ ਹੋਰ ਵੀ ਜੋ ਕੁਝ ਹੈ। ਅਸਲ ਇਹਦੀ ਚਿੱਟੇ ਦੀ ਜਾਂ ਜਿਹੜੀ ਇਹ ਕੋੜ ਸਾਡੇ ਜਿਹੜਾ ਆ ਕੇ ਜੜ੍ਹਾਂ ਨੂੰ ਪੈ ਗਿਆ, ਇਹਦੇ ਮਗਰ ਇਹਦਾ ਮੁੱਢ ਜਿਹੜਾ ਉਹ ਕਰਪਸ਼ਨ ਦਾ ਬੇੜਾ ਗਰਕ ਹੋਇਆ ਪਿਆ। ਅੱਜ ਹਾਲਾਤ ਸਾਡੇ ਇਹ ਆ ਵੀ ਜਿਹੜਾ ਕੰਮ ਅੱਗੇ ਮਾੜਾ ਮੋਟਾ ਕੋਈ ਪਟਵਾਰਖਾਨੇ, ਕੋਈ ਮਿਊਨਿਸਪੈਲਿਟੀ 'ਚ, ਕੋਈ ਬਿਜਲੀ ਦਫ਼ਤਰ, ਕੋਈ ਥਾਣੇ, ਕੋਈ ਸੈਕਟਰੀਏਟ ਦੇ ਜਿਹੜਾ ਕੋਈ ਮਾੜਾ ਮੋਟਾ ਕੰਮ ਅੱਗੇ ਤਿਲ ਫੁੱਲ ਸੇਵਾ ਪਾਣੀ ਕਿਸੇ ਦਾ ਕਰਕੇ ਹੋ ਜਾਂਦਾ ਸੀ, ਉਹ ਅੱਜ ਪੈਕਟਾਂ ਨਾਲ ਹੋਣ ਲੱਗ ਗਿਆ। ਸਾਰਤਾ ਪੈਕਟ ਭਾਲਦੇ ਆ। ਠੀਕ ਹੈ, ਕਹਿਣਾ ਵੀ ਦੂਜਾ ਕਰਪਸ਼ਨ ਜ਼ਿਆਦਾ ਵੱਧ ਗਈ, ਇੰਨੀ ਵੱਧ ਗਈ। ਚਾਹੇ ਉਹ ਚਿੱਟੇ ਨੂੰ ਰੋਕਣਾ, ਚਾਹੇ ਉਹ ਕਰਪਸ਼ਨ ਨੂੰ ਰੋਕਣਾ। ਚਿੱਟਾ ਵਧਣ ਦੀ ਜਿਹੜੀ ਮਾਂ ਵਾ ਉਹ ਕਰਪਸ਼ਨ ਆ। ਕਰਪਸ਼ਨ ਦੀ ਮਾਂ ਵਾ ਲੀਡਰਸ਼ਿਪ ਦਾ ਸਿਰ ਤੇ ਹੱਥ ਹੋਣਾ। ਜੇ ਲੀਡਰਸ਼ਿਪ ਜਿਹੜੀ ਆ ਮੈਚਿਓਰ ਹੋਊਗੀ, ਲੀਡਰਸ਼ਿਪ ਸਖਤ ਹੋਊਗੀ, ਲੀਡਰਸ਼ਿਪ ਦਾ ਏਜੰਡਾ ਕਲੀਅਰ ਹੋਊਗਾ ਕਿ ਮੈਂ ਸਿਰਫ ਆਪਦੇ ਹਲਕੇ ਦੀ ਸੇਵਾ ਕਰਨੀ ਆ, ਕਰਪਸ਼ਨ ਕਿਵੇਂ ਹੋ ਜੂ, ਚਿੱਟਾ ਕਿਵੇਂ ਵਿਕ ਜੂ। ਲੀਡਰਸ਼ਿਪ ਤੇ ਆ ਜਾਓ। ਲੀਡਰ ਕੋਈ ਮੈਂ ਇਕੱਲਾ ਲੀਡਰ ਨਹੀਂ ਬਣ ਸਕਦਾ, ਮੇਰੇ ਨਾਲ ਥੱਲੇ ਟੀਮ ਆ। ਜੇ ਉਹ ਟੀਮ ਮੇਰੀ ਵੈਲ ਵਿਸ਼ਰ ਆ, ਜੇ ਮੇਰੀ ਟੀਮ ਆ ਹਾਰਡ ਵਰਕਰ ਆ, ਤਾਂ ਮੈਨੂੰ ਸਹੀ ਫੀਡਬੈਕ ਦਿਓ। ਐਕਸ਼ਨ ਕਰਨਾ ਨਾ ਕਰਨਾ ਕਾ ਮੇਰਾ ਅਧਿਕਾਰ ਆ। ਜੇ ਟੀਮ ਹੀ ਮੇਰੀ ਧਾਰਦੀ ਆ, ਮੈਂ ਮੁੱਲ ਲਈ ਵੀ ਟੀਮ ਆ, ਤਾਂ ਪੇਰੋਲ ਵਾਲੀ ਤੇ ਧਾਰ ਵਾਲੀ ਟੀਮ ਨੇ ਤਾਂ ਕੰਮ ਵੀ ਉਨੀ ਕਿ ਸਿੰਸੈਰਿਟੀ ਨਾਲ ਕਰਨਾ। ਫਿਰ ਕਹਿੰਦੇ ਜੈਸਾ ਰਾਜਾ ਤੈਸੀ ਪ੍ਰਜਾ। ਜੇ ਮੇਰਾ ਲੀਡਰ ਹੀ ਕਰਪਟ ਆ ਤੇ ਥੱਲੇ ਟੀਮ ਕੀ ਕਰੂ? ਟੀਮ ਉਦੋਂ ਕਰਪਟ ਹੋ ਜੂ। ਤੇ ਧਾਰ ਦੀ ਤੇ ਮੁੱਲ ਦੀ ਟੀਮ ਨੇ ਤਾਂ ਪਹਿਲਾਂ ਹੀ ਕਰਪਟ ਹੋਣਾ, ਕਿਉਂਕਿ ਉਹ ਆਏ ਕਰਪਸ਼ਨ ਨਾਲ ਆ। ਅੱਜ ਜੇ ਆਪਾਂ ਗੱਲ ਕਰੀਏ MCਆਂ ਦੀ, ਉਹ MC ਕਿਵੇਂ ਇਕੱਠੇ ਹੋਏ, ਕਿਵੇਂ ਅੱਗੇ ਮੇਅਰ ਦੀ ਚੋਣ ਹੋਈ, ਕੀ ਕੁਛ ਹੋਇਆ, ਉਹ ਸਾਰੇ ਸ਼ਹਿਰ ਨੂੰ, ਸਾਰੇ ਸਾਡੇ ਇਲਾਕੇ ਨੂੰ ਪਤਾ ਹੀ ਆ। ਉਹਦੇ 'ਚ ਕੋਈ ਜ਼ਿਆਦਾ ਲੰਬੀ ਚੋਣ ਮੌਕੇ ਦੇ ਵਿੱਚ ਜਿਵੇਂ ਚਲੋ ਇਸ ਟਾਈਮ ਹਲਕਾ ਵਿਧਾਇਕ ਬੀਬੀ ਅਮਨਦੀਪ ਕਰੋੜਾ ਹੈਗਾ, ਤੇ ਪਿਛਲੇ ਦਿਨਾਂ ਤੋਂ ਕਾਫੀ ਕੁਛ ਇੱਥੇ ਹੋਇਆ, ਧਰਨੇ ਮੁਜ਼ਾਹਰੇ ਹੋਏ, ਖਾਸ ਕਰਕੇ ਨਸ਼ੇ ਦੀ ਤੁਸੀਂ ਗੱਲ ਕਰ ਹੀ ਦਿੱਤੀ ਹੈਗੀ ਹੈ। ਇਹ ਸਾਰੇ ਕੁਝ ਨੂੰ ਵੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਰੂਪ ਦੇ ਵਿੱਚ ਸਾਹਮਣੇ ਆਏ ਹੈਗੇ ਆ। ਕਿੰਨਾ ਕੁ ਬਦਲਾਅ ਦੱਸਦਾ ਮੌਕੇ ਦੇ ਵਿੱਚ? ਬਦਲਾਅ ਤਾਂ ਲੋਕ ਹੀ ਦੱਸ ਸਕਦੇ ਆ ਜੀ। ਬਦਲਾਅ ਤਾਂ ਹੁਣ ਮੈਂ ਜੇ ਆਪਦੇ ਮੂੰਹੋਂ ਕਹੂੰਗਾ ਤੇ ਅੱਗੋਂ ਜਵਾਬ ਇਹੀ ਆਊਗਾ ਕਿ ਯਾਰ ਇਹਦਾ ਵਿਰੋਧੀ ਧਿਰ ਆ, ਇਹਨਾਂ ਦਾ ਇਲਜ਼ਾਮ ਲਾਉਣਾ ਹੀ ਆ। ਇਹ ਤਾਂ ਪਬਲਿਕ ਦੱਸ ਰਹੀ ਆ, ਚੀਕਾਂ ਪੈ ਰਹੀਆਂ ਪਬਲਿਕ ਦੀਆਂ। ਅਸੀਂ ਪਿੰਡਾਂ 'ਚ ਜਾਂਦੇ ਆ, ਮਹੱਲਿਆਂ ਦੇ ਵਿੱਚ ਜਾਂਦੇ ਆ, ਯਾਰ ਲੋਕੀ ਧਾਹਾਂ ਮਾਰ ਕੇ ਰੋਂਦੇ ਆ, ਨਾਲ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ, ਮੌਕਾ ਆਉਣ ਦਿਓ। ਇਹੀ ਕਹਿੰਦੇ ਆ। ਹੁਣ ਤਾਂ ਇਹ ਮੌਕਾ ਹੀ ਦੱਸੂਗਾ ਕਿੰਨਾ ਕੁ ਬਦਲਾਅ ਆਇਆ, ਕਿੰਨਾ ਕੁ ਨਹੀਂ। ਹੁਣ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਆ ਜਾਣੀਆਂ, ਪੰਚਾਇਤਾਂ ਆ ਜਾਣੀਆਂ, ਮਿਊਨਿਸਪੈਲਿਟੀਆਂ ਆ ਜਾਣੀਆਂ। ਹਾਲਾਂਕਿ ਇਹ ਚੋਣਾਂ ਸਰਕਾਰ ਦੀਆਂ ਹੁੰਦੀਆਂ, ਪੰਚਾਇਤਾਂ ਮਿਊਨਿਸਪੈਲਿਟੀਆਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਉਹਦਾ ਦਬਦਬਾ ਹੁੰਦਾ, ਉਹਦੀਆਂ ਚੋਣਾਂ ਹੁੰਦੀਆਂ। ਉਹਦੇ ਬਾਵਜੂਦ ਵੀ ਲੋਕ ਦੱਸ ਦੇਣਗੇ। ਠੀਕ ਆ ਜੀ। ਨਹੀਂ, ਚਲੋ ਸਰਕਾਰਾਂ ਤਾਂ ਪਹਿਲਾਂ ਵੀ ਬਣਦੀਆਂ ਰਹੀਆਂ, ਤੇ ਜਿਹੜੀਆਂ ਵਿਰੋਧੀਆਂ ਦੇ ਵੀ ਪੰਚ ਸਰਪੰਚ ਬਣਦੇ ਰਹੇ ਹੈਗੇ। ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜੀ ਸਰਕਾਰ ਆਉਂਦੀ ਹੈ ਉਹਦੀਆਂ ਹੋ ਜਾਂਦੀਆਂ। ਮਤਲਬ ਤੁਸੀਂ ਇਹ ਤਾਂ ਨਹੀਂ ਕਰ ਰਹੇ ਵੀ ਮਤਲਬ ਸਰਪੰਚਾਂ ਤੇ ਪੰਚਾਂ ਨੂੰ ਛੱਡੋ ਤੇ ਆਪਾਂ ਅਗਾਂਹ ਲੋਕ ਸਭਾ ਹੀ ਵੇਖਾਂਗੇ? ਸਰਪੰਚ ਪੰਚ ਜਿਸ ਤਰ੍ਹਾਂ ਮੈਂ ਆਪਦੀ, ਜੇ ਮੈਨੂੰ ਟਿਕਟ ਪਾਰਟੀ ਵੱਲੋਂ ਮਿਲਦੀ ਹੈ ਤੇ ਮੈਂ ਆਪਦੀ ਚੋਣ ਲੜੂੰਗਾ, ਹਰ ਸਰਪੰਚ ਦੀ ਤੇ ਹਰ ਪੰਚ ਦੀ ਵਿਧਾਨ ਸਭਾ ਹਲਕਾ ਮੋਗਾ ਦੇ ਵਿੱਚ ਉਸੇ ਤਰੀਕੇ ਦੇ ਨਾਲ ਚੋਣਾਂ ਦੇ ਵਿੱਚ ਮਦਦ ਕੀਤੀ ਜਾਊਗੀ। ਉਸੇ ਤਰੀਕੇ ਦੇ ਨਾਲ ਲੀਗਲ ਜਿਹੜੀ ਉਹਨਾਂ ਨੂੰ ਬੈਕਅਪ ਦਿੱਤਾ ਜਾਊਗਾ। ਉਸੇ ਤਰੀਕੇ ਦੇ ਨਾਲ ਉਹਨਾਂ ਦੀ ਚੋਣ ਦੇ ਵਿੱਚ ਵੱਧ ਤੋਂ ਵੱਧ ਹਾਰਡ ਵਰਕ ਕੀਤਾ ਜਾਊਗਾ, ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਊਗਾ। ਤੁਸੀਂ ਨਵੇਂ ਹਲਕਾ ਇੰਚਾਰਜ ਲੱਗੇ ਹੋ ਮੋਗੇ ਦੇ, ਜਿਹੜੇ ਸਰਪੰਚ ਆ ਉਹ ਤਕਰੀਬਨ ਸਾਰੇ ਪਿੰਡਾਂ 'ਚ ਲੜਨਗੇ? ਬਿਲਕੁਲ ਲੜਨਗੇ ਜੀ।
ਜੇ ਅਸੀਂ ਸਰਪੰਚੀਆਂ ਹੀ ਨਹੀਂ ਲੜਨੀਆਂ, ਪੰਚੀਆਂ ਸਰਪੰਚੀਆਂ ਹੀ ਨਹੀਂ ਅਸੀਂ ਲੜਨੀਆਂ, ਤੇ ਫਿਰ ਸਾਡੀ ਤਾਂ ਪਾਰਟੀ ਦਾ ਆਧਾਰ ਹੀ ਉਹ ਆ, ਸਾਡਾ ਤਾਂ ਬੇਸ ਹੀ ਉਹ ਆ। ਅਸੀਂ ਤਾਂ ਡਟ ਕੇ ਲੜਾਂਗੇ, ਪੰਚੀਆਂ ਸਰਪੰਚੀਆਂ ਪੂਰਾ ਡਟ ਕੇ ਲੜਾਂਗੇ। ਮੋਗਾ ਨਗਰ ਨਿਗਮ ਦਾ ਪ੍ਰਧਾਨ ਲਾਇਆ ਗਿਆ, ਪਹਿਲਾਂ ਵੀ ਗੱਲ ਚੱਲ ਚੁੱਕੀ ਆ ਆਪਣੀਆਂ ਵੀ ਤੁਸੀਂ ਇਹਨੂੰ ਕਿੰਨਾ ਕੁ ਸਹੀ ਮੰਨਦੇ ਹੋ, ਕਿੰਨਾ ਕੁ ਗਲਤ ਮੰਨਦੇ ਹੋ? ਹੁਣੇ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਪੜ੍ਹੇ ਲਿਖੇ ਲੋਕ ਚੁਣਨੇ ਚਾਹੀਦੇ ਕਿ ਅਨਪੜ੍ਹ ਲੋਕ ਚੁਣਨੇ ਚਾਹੀਦੇ ਆ। ਇਹ ਤੁਹਾਡੇ ਸਵਾਲ ਦੇ ਵਿੱਚ ਹੀ ਮੇਰਾ ਜਵਾਬ ਲੁਕਿਆ ਹੋਇਆ। ਉਹ ਭਲਾਮਾਨਸ ਆਦਮੀ ਆ, ਸਮਾਜ ਸੇਵੀ ਆ, ਹੁਣ ਉਹ ਮੇਅਰ ਚਲਾਉਣ ਦੀ ਉਹਦੇ 'ਚ ਕਿੰਨੀ ਕਪੈਸਿਟੀ ਆ, ਉਹ ਸਾਡੇ ਜਿਹੜੇ ਲੋਕ ਆ ਮੋਗੇ ਦੇ, ਉਹ ਭਲੀ ਭਾਂਤੀ ਜਾਣੂ ਆ। ਉਹ ਆਪ ਚਲਾਊਗਾ ਕਿ ਉਹਨੂੰ ਕੋਈ ਦੂਜੇ ਚਲਾਉਣਗੇ, ਇਹਦਾ ਸਮਾਂ ਹੀ ਦੱਸੂਗਾ। ਜੀ ਜੇ ਤੁਹਾਨੂੰ ਲਾਸਟ ਸਵਾਲ ਕਰਕੇ ਤੁਹਾਨੂੰ ਕਿ ਪੰਜਾਬ ਸਰਕਾਰ ਨੂੰ, ਆਮ ਆਦਮੀ ਪਾਰਟੀ ਜਿਹੜੀ ਸਰਕਾਰ ਨੂੰ ਹੁਣ ਤੱਕ 10 ਦੇ ਵਿੱਚੋਂ ਕਿੰਨੇ ਨੰਬਰ ਦਿੰਦੇ? ਇਹ ਨੰਬਰ ਮੈਂ ਕੌਣ ਆ ਜੀ ਦੇਣ ਵਾਲਾ? ਤੁਸੀਂ ਲੋਕਾਂ 'ਚ ਵਿਚਾਰ, ਇਹ ਨੰਬਰ ਦੇਣਗੇ ਲੋਕ। ਤੁਸੀਂ ਕਿੰਨੇ ਨੰਬਰ ਦਿੰਦੇ? ਮੈਂ ਕਿਹਾ ਜੀ ਇਹ ਨੰਬਰ ਦੇਣਗੇ ਲੋਕ, ਮੈਂ ਤਾਂ ਲੋਕਾਂ ਦਾ ਨੁਮਾਇੰਦਾ ਹਾਂ। ਇਹ ਨੰਬਰ ਸਹੀ ਮਾਇਨੇ ਦੇ ਵਿੱਚ ਮਜ਼ਾ ਤਾਂ ਆਉਂਦਾ ਵੀ ਤੁਸੀਂ ਘਰ ਘਰ ਜਾ ਕੇ ਸਰਵੇ ਕਰੋ ਤੇ ਜਾਂ ਵੋਟਾਂ ਦੱਸ ਦੇਣਗੀਆਂ। ਨੰਬਰ ਮੈਂ ਮੇਰੇ ਕੋਲ ਕੋਈ ਅਧਿਕਾਰ ਨਹੀਂ, ਮੈਂ ਇਕੱਲਾ ਬੰਦਾ ਉਹਨੂੰ ਨੰਬਰ ਦੇਵਾਂ। ਨੰਬਰ ਦਾ ਸਾਰੀ ਪਬਲਿਕ, ਸਾਰਾ ਪੰਜਾਬ ਦੇਊਗਾ ਇਹਨੂੰ। ਇਹ ਸੀ ਸਾਡੇ ਨਾਲ ਸੰਜੀਤ ਸਿੰਘ ਸਣੀ ਗਿੱਲ, ਨਵੇਂ ਹਲਕਾ ਇੰਚਾਰਜ ਲੱਗੇ ਨੇ ਮੋਗਾ ਦੇ। ਆਉਣ ਵਾਲੇ ਸਮੇਂ 'ਚ ਇਹਨਾਂ ਦੀ ਮੋਗੇ ਦੇ ਵਿੱਚ ਕਿਹੋ ਜਿਹੀ ਭੂਮਿਕਾ ਹੁੰਦੀ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਤੁਸੀਂ ਸਾਡੀ ਇੰਟਰਵਿਊ ਨੂੰ ਤੁਹਾਨੂੰ ਕਿਵੇਂ ਲੱਗੀ, ਆਪਦੇ ਸੁਝਾਅ ਜ਼ਰੂਰ ਭੇਜਿਓ ਤੇ ਸਾਡੇ ਚੈਨਲ ਨੂੰ ਲਾਈਕ, ਕਮੈਂਟ, ਸ਼ੇਅਰ ਕਰੋ ਤਾਂ ਕਿ ਹਰੇਕ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਧੰਨਵਾਦ, ਮਿਹਰਬਾਨੀ।